ਕਾਦਰ ਨੇ ਉਹਨੂੰ ਵੱਖਰੀ ਕਿਸਮਤ ਨਾਲ ਬਣਾਇਆ ਸੀ। ਉਸਦਾ ਜੀਵਨ ਮੱਸਿਆ ਦੀ ਰਾਤ ਵਾਂਗ ਹਨੇਰੇ ਵਿੱਚ ਹੀ ਬਤੀਤ ਹੋ ਰਿਹਾ ਸੀ। ਜਿਹੜੇ ਸੁੱਖਾਂ ਨੂੰ ਲੋਕ ਮਰਤਬ ਦਿੰਦੇ ਹਨ ਤੇ ਜਿਹੜੀਆਂ ਵਸਤੂਆਂ ਸੁਖਦਾਈ ਭਾਸਦੀਆਂ ਹਨ, ਉਹਨਾਂ ਲਈ ਉਸਦਾ ਤਰਸੇਵਾਂ ਕੋਈ ਨਹੀਂ ਦੂਰ ਕਰ ਸਕਦਾ ਸੀ। 22 ਸਾਲ ਪਹਿਲਾਂ ਆਪਣੀ ਛੋਟੀ ਜਿਹੀ ਫੁਲਵਾੜੀ ਵਿੱਚ ਉਲਝਿਆ ਕਿਸ਼ੋਰ ਗੁੰਡਾਈ ਕਰ ਰਿਹਾ ਸੀ। ਕਿਸ਼ੋਰ, ਉਹ ਕਿਸ਼ੋਰ, ਕੁਸਮ ਦੇ ਦਰਦਾਂ ਸ਼ੁਰੂ ਹੋ ਗਈਆਂ ਨੇ। ਝਾਈ ਨੂੰ ਸੁਨੇਹਾ ਘੱਲ ਦੇ, ਗੁਆਂਢਣ ਨੇ ਆਣ ਕੇ ਦੱਸਿਆ। ਹੇ ਰਾਮ, ਆਪਣੀ ਕਿਰਪਾ ਦ੍ਰਿਸ਼ਟੀ ਬਣਾਏ ਰੱਖਣਾ। ਉਸਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਤੇਜ਼ ਦੌੜ ਲਗਾਈ ਸੀ। ਝਾਈ ਨੂੰ ਬੁਲਾ ਲਿਆਇਆ। ਟੋਕਰੀ ਵਿੱਚ ਪਏ ਗੁਲਾਬ ਦੇ ਗੇਂਦੇ ਦੇ ਫੁੱਲ ਕਿਸ਼ੋਰ ਵੱਲ ਦੇਖ ਕੇ ਮੁਸਕਰਾ ਰਹੇ ਸਨ। ਹਵਾ ਵਿੱਚ ਇਸ ਤਰ੍ਹਾਂ ਵਗ ਰਹੀ ਸੀ ਜਿਵੇਂ ਸੁੱਕੀਆਂ ਟਾਹਣੀਆਂ ਵਿੱਚੋਂ ਕਰੁੰਬਲਾਂ ਫੁੱਟ ਪੈਣਗੀਆਂ, ਪਰ ਉਹਨੂੰ ਤਰੇਲੀਆਂ ਆ ਰਹੀਆਂ ਸਨ। ਨਿੱਕੀ ਜਿਹੀ ਕੋਠੜੀ ਵਿੱਚ ਆਪਣੇ ਜਿਸਮ ਦੀ ਬੋਟੀ ਨੂੰ ਜਨਮ ਦਿੰਦੀ ਕੁਸਮ ਨੇ ਆਪਣੇ ਜਿਗਰ ਦੇ ਟੋਟੇ ਦਾ ਨਾਮ ਪਹਿਲਾਂ ਹੀ ਸੋਚ ਰੱਖਿਆ ਸੀ। ਮੁੰਡਾ ਹੋਇਆ ਤਾਂ ਰੋਸ਼ਨ, ਕੁੜੀ ਹੋਈ ਤਾਂ ਰੋਸ਼ਨੀ। ਦੀਵੇ ਦੀ ਕਾਲੀ ਪੀਲੀ ਲੋ ਵਿੱਚ ਜਦੋਂ ਉਸਦੇ ਬੱਚੇ ਨੇ ਜਨਮ ਲਿਆ ਤਾਂ ਝਾਈ ਦਾ ਚਿਹਰਾ ਖਿਲ ਉੱਠਿਆ। ਕੁਸਮ, ਦੇਖ ਤੇਰੀ ਕੁੜੀ ਅਨੇਕਾਂ ਬੱਚਿਆਂ ਨੂੰ ਇਹਨਾਂ ਹੱਥਾਂ 'ਚ ਜਨਮ ਲਿਆ ਹੈ, ਪਰ ਮੈਂ ਇਹੋ ਜਿਹਾ ਖੂਬਸੂਰਤ ਬੱਚਾ ਕਦੇ ਨਹੀਂ ਦੇਖਿਆ। ਮੇਰੀ ਰੋਸ਼ਨੀ। ਕੁਸਮ ਆਪਣੀ ਬੱਚੀ ਦੇ ਦਮਕਦੇ ਚਿਹਰੇ ਨੂੰ ਪੜ੍ਹਨ ਵਿੱਚ ਮਗਨ ਸੀ, ਪਰ ਉਸਨੂੰ ਕੀ ਪਤਾ ਸੀ ਕਿ ਉਸਦੀ ਬੱਚੀ ਦੇ ਲੇਖਾਂ ਵਿੱਚ ਉਸਦੀ ਸੋਚ ਤੋਂ ਪਰੇ ਦਾ ਲਿਖਿਆ ਗਿਆ ਸੀ। ਕਿਸ਼ੋਰ ਆਪਣੀ ਫੁਲਵਾੜੀ ਵਿੱਚ ਖੜਾ ਆਪਣੀ ਜ਼ਿੰਦਗੀ ਦੇ ਅਗਲੇ ਪੰਨਿਆਂ ਨੂੰ ਆਪਣੀ ਸੋਚ ਦੀ ਕਲਮ ਨਾਲ ਲਿਖ ਰਿਹਾ ਸੀ। ਆਪਣੇ ਪੁੱਤ ਨੂੰ ਮੈਂ ਵੱਡਾ ਅਫਸਰ ਬਣਾਉਂਗਾ। ਆਹ 2 ਨਾਲ ਦੇ ਖੇਤ ਵੀ ਠੇਕੇ ਤੇ ਲੈ ਲੈਣੇ ਐ ਮੈਂ। ਮੇਰੀ ਗਰੀਬੀ ਚੁੱਕੀ ਜਾਣੀ ਹੈ। ਕਿਸ਼ੋਰ, ਵਧਾਈ ਹੋ, ਰੋਸ਼ਨੀ ਆਈ ਹੈ ਤੇਰੇ ਘਰ। ਗੁਆਂਢਣ ਨੇ ਉਸਦੀ ਸੋਚ ਨੂੰ ਠੱਲ ਪਾਈ। ਹੈਂ? ਉਹ ਡਰਿਆ ਤੇ ਸਹਿਮਿਆ ਹੋਇਆ ਕਿਆਰੀ 'ਚ ਬੈਠ ਗਿਆ। ਫੁੱਲਾਂ ਵਿੱਚ ਘਿਰਿਆ ਹੋਇਆ ਉਹ ਆਸਮਾਨ ਵੱਲ ਇੰਝ ਦੇਖ ਰਿਹਾ ਸੀ ਜਿਵੇਂ ਉਹ ਉਸੇ ਵੱਲ ਆ ਰਿਹਾ ਹੋਵੇ। ਸ਼ਾਮ ਹੁੰਦਿਆਂ ਉਹ ਘਰ ਨੂੰ ਮੁੜਿਆ। ਕੋਠੜੀ ਵਿੱਚ ਉਡੀਕ ਕਰਦੀ ਕੁਸਮ ਨੇ ਉਸਦੇ ਪੈਰਾਂ ਦੀ ਛਾਪ ਪਛਾਣ ਲਈ ਸੀ। ਆ ਗਏ ਤੁਸੀਂ? ਉਸਨੂੰ ਉਮੀਦ ਸੀ ਕਿ ਕਿਸ਼ੋਰ ਆਪਣੀ ਪਹਿਲੀ ਔਲਾਦ ਨੂੰ ਦੇਖ ਕੇ ਖੁਸ਼ ਹੋਵੇਗਾ, ਪਰ ਉਸਦਾ ਚਿਹਰਾ ਰੋਸ਼ਨੀ ਨੂੰ ਦੇਖ ਕੇ ਹੋਰ ਵੀ ਮੁਰਝਾ ਗਿਆ ਸੀ। ਤੁਸੀਂ ਤਾਂ ਕਹਿੰਦੇ ਸੀ ਮੁੰਡਾ ਹੋਵੇ ਚਾਹੇ ਕੁੜੀ, ਤੁਹਾਨੂੰ ਕੋਈ ਫਰਕ ਨਹੀਂ ਹੈ। ਆਹ ਕੀ? ਕੁਸਮ ਨੇ ਉਸਦਾ ਚਿਹਰਾ ਪੜ੍ਹ ਲਿਆ ਸੀ। ਉਹ ਮੂਰਤ ਬਣ ਕੇ ਕੁਛ ਦੇਰ ਬੈਠਾ ਰਿਹਾ। ਤੂੰ ਮਾਂ ਹੈ, ਤੂੰ ਨਹੀਂ ਸਮਝੇਂਗੀ। ਉਹ ਉੱਥੋਂ ਉੱਠ ਕੇ ਚਲਾ ਗਿਆ। ਪਰ ਉਸ ਦਿਨ ਕੁਸਮ ਸਮਝ ਗਈ ਸੀ ਕਿ ਜ਼ਿੰਦਗੀ ਦਾ ਪੈਂਡਾ ਹੁਣ ਬਹੁਤ ਲੰਮਾ ਹੋਣ ਵਾਲਾ ਹੈ। ਲੇਖਾਂ ਦੇ ਸਤਾਏ ਨੂੰ ਸੂਲਾਂ ਤੇ ਨਾਚ ਨਚਾਉਂਦੀ ਹੈ ਗਰੀਬੀ। ਅੱਗੇ ਜੋ ਹੋਇਆ ਉਸ ਨਾਲ ਕਿਸ਼ੋਰ ਦੇ ਸੁਪਨਿਆਂ ਦੇ ਮਹਿਲ ਦੀਆਂ ਨੀਹਾਂ ਹਮੇਸ਼ਾ ਲਈ ਬੈਠ ਗਈਆਂ। ਉਹ ਹਸਪਤਾਲ ਵਿੱਚ ਬੈਠਾ ਜਮ੍ਹਾਂ ਹੁੰਦੇ ਲੋਕਾਂ ਨੂੰ ਇੰਝ ਡਰ ਡਰ ਕੇ ਤੜਪ ਕੇ ਦੇਖ ਰਿਹਾ ਸੀ ਜਿਵੇਂ ਉਸਨੇ ਕੋਈ ਗੁਨਾਹ ਕੀਤਾ ਹੋਵੇ ਤੇ ਅੱਜ ਉਸਦੀ ਪੇਸ਼ੀ ਹੋਵੇ। ਰੋਸ਼ਨੀ, ਰੋਸ਼ਨੀ, ਡਾਕਟਰ ਆਫ ਕਿਸ਼ੋਰ ਲਾਲ, ਨਰਸ ਨੇ ਆਵਾਜ਼ ਲਗਾਈ। ਹਾਂਜੀ ਮੈਡਮ, ਹਾਂਜੀ ਮੈਂ ਕਿਸ਼ੋਰ। ਤੁਹਾਡੀ ਵਾਰੀ, ਅੰਦਰ ਲੈ ਜਾਓ ਆਪਣੀ ਬੇਟੀ ਨੂੰ। 30 ਸਾਲ ਦੇ ਕਿਸ਼ੋਰ ਦੀ ਚਾਲ ਉਹ ਬਲਦ ਵਰਗੀ ਹੋ ਗਈ ਸੀ ਜੋ ਹਲ ਦੇ ਬੋਝ ਹੇਠਾਂ ਰਹਿ ਕੇ ਕੁੱਬਾ ਹੋ ਗਿਆ ਹੋਵੇ। ਰਿਪੋਰਟ ਆ ਗਈ। ਕਿਸ਼ੋਰ ਜਿਸ ਦਾ ਡਰ ਸੀ ਉਹੀ ਹੋਇਆ। ਡਾਕਟਰ ਨੇ ਕਿਸ਼ੋਰ ਨੂੰ ਕਿਹਾ, ਤੁਹਾਡੀ ਬੱਚੀ ਜਮਾਂਦਰੂ ਅੰਨੀ ਹੈ, ਪਰ ਇਸ ਦਾ ਕੋਈ ਇਲਾਜ ਨਹੀਂ। ਡਾਕਟਰਾਂ ਦੇ ਬੋਲਾਂ ਨੇ ਜਿਵੇਂ ਉਸਨੂੰ ਖੜੇ ਖੜੇ ਯਕਦਮ ਅੰਦਰੋਂ ਬੁੱਢਾ ਕਰ ਦਿੱਤਾ। ਕੁਸੁਮ ਦੀਆਂ ਮੋਟੀਆਂ ਮੋਟੀਆਂ ਬਦਾਮੀ ਰੰਗੀ ਅੱਖਾਂ ਵਿੱਚ ਗਮਾਂ ਦਾ ਸੈਲਾਬ ਆ ਗਿਆ। ਕਿਸ਼ੋਰ ਪਹਿਲੇ ਦਿਨ ਹੀ ਇਹ ਗੱਲ ਸਮਝ ਗਿਆ ਸੀ ਕਿ ਕਾਦਰ ਇੰਨੀਆਂ ਸੋਹਣੀਆਂ ਕੁੜੀਆਂ ਸਿਰਫ ਅਜਿਹੇ ਬੰਦਿਆਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਉੱਤੇ ਉਹ ਡਾਢਾ ਖਫਾ ਹੁੰਦਾ ਹੈ। ਉਸ ਮਿੱਟੀ ਦੇ ਖਿਡੌਣੇ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਸਨ ਕਿ ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ। ਜਿਨ੍ਹਾਂ ਦੇ ਰੂਪ ਨੇ ਸੋਹਣੇ, ਉਹਨਾਂ ਦੇ ਲੇਖ ਨੇ ਖੋਟੇ। ਮਨ ਹੀ ਮਨ ਵਿੱਚ ਕਿਸ਼ੋਰ ਟੁੱਟ ਚੁੱਕਾ ਸੀ। ਇੱਕ ਕੁੜੀ ਤੇ ਦੂਜੀ ਗਰੀਬੀ ਤੇ ਤੀਜੀ ਇਹ ਜਮਾਂਦਰੂ ਅੰਨੀ। ਵਿਆਹ ਕੌਣ ਕਰਾਵੇਗਾ ਇਹਦੇ ਨਾਲ? ਇਹ ਸੋਚਾਂ ਉਹਨੂੰ ਅੰਦਰੋਂ ਅੰਦਰੀ ਖੋਖਲਾ ਕਰਦੀਆਂ ਜਾ ਰਹੀਆਂ ਸਨ। ਉਸਨੇ ਰੋਸ਼ਨੀ ਨੂੰ ਕੁਸਮ ਕੋਲ ਖੋਇਆ ਤੇ ਕਚਰੇ ਦੇ ਢੇਰ ਵਿੱਚ ਰੱਖ ਦਿੱਤਾ। ਇਹ ਕੀ ਕੀਤਾ ਤੁਸੀਂ? ਚੁੱਪ ਕਰ ਤੁਰ, ਇਹ ਬਲਾ ਨੂੰ ਕੋਈ ਹੋਰ ਲੈ ਜੂ। ਕਿੱਥੇ ਚੁੱਕੀ ਫਿਰਾਂਗੇ ਸਾਰੀ ਉਮਰ ਇਸ ਬੋਝ ਨੂੰ। ਉਸਨੇ ਕੁਸਮ ਨੂੰ ਬਾਹੋਂ ਫੜਿਆ ਤੇ ਖਿੱਚਦਾ ਲੈ ਗਿਆ। ਕਿਸ਼ੋਰ ਦੇ ਗੁੱਸੇ ਨੇ ਉਸ ਅਨਪੋਲ ਦਾ ਦਿਲ ਵਿੰਨ ਕੇ ਰੱਖ ਦਿੱਤਾ। ਬਲਾ, ਬੋਝ
ਉਸਨੂੰ ਹੈਰਾਨੀ ਦੇ ਨਾਲ ਗੁੱਸਾ ਵੀ ਆ ਰਿਹਾ ਸੀ। ਤੂੰ ਸਮਝਦੀ ਕਿਉਂ ਨਹੀਂ? ਸੋਚ ਲਾ ਕਿ ਮਰ ਮੁੱਕ ਗਈ ਹੈ ਇਹ ਕਜਾ। ਕਿਸ਼ੋਰ ਦੇ ਸਿਰ ਤੇ ਪਤਾ ਨਹੀਂ ਕਿਸ ਗੱਲ ਦਾ ਭੂਤ ਸਵਾਰ ਸੀ। ਆਪਣੀ ਬੱਚੀ ਨੂੰ ਰੋਂਦਿਆਂ ਸੁਣ ਕੇ ਕੁਸੁਮ ਦਾ ਕਾਲਜਾ ਲਰਜ਼ ਗਿਆ। ਉਸਨੇ ਜ਼ੋਰ ਦੀ ਅਜ਼ਮਾਇਸ਼ ਕੀਤੀ ਪਰ ਉਸਦੀ ਪੇਸ਼ ਨਾ ਗਈ। ਆਪਣੇ ਦੰਦਾਂ ਨਾਲ ਉਸਨੇ ਕਿਸ਼ੋਰ ਦੀ ਚਮੜੀ ਨੂੰ ਵੱਢ ਖਾਧਾ ਤੇ ਆਪਣੀ ਬੱਚੀ ਨੂੰ ਕਚਰੇ ਦੇ ਢੇਰ ਵਿੱਚੋਂ ਚੁੱਕ ਲਿਆਈ। ਜੀ ਤਾਂ ਕਰਦਾ ਹੈ ਕਿ ਮੈਂ ਤੁਹਾਡੀਆਂ ਅੱਖਾਂ ਇਸ ਖੋਪੜੀ ਚੋਂ ਕੱਢ ਕੇ ਬਦਾਮਾਂ ਵਾਂਗ ਭੰਨ ਦਿਆਂ, ਪਰ ਮੈਂ ਤੁਹਾਡੇ ਵਰਗੀ ਖੁਦਗਰਜ਼ ਨਹੀਂ। ਜਾਨਵਰ ਵੀ ਆਪਣੀ ਔਲਾਦ ਨਾਲ ਇਹ ਨਹੀਂ ਕਰਦਾ ਜੋ ਅੱਜ ਤੁਸੀਂ ਕੀਤਾ। ਇਹ ਮੇਰੀ ਔਲਾਦ ਹੈ, ਮੇਰੇ ਜਿਸਮ ਦਾ ਬੋਟਾ। ਮੇਰਾ ਇਸ ਨਾਲ ਤੁਹਾਡੇ ਨਾਲੋਂ ਰਿਸ਼ਤਾ 9 ਮਹੀਨੇ ਵੱਧ ਗੂੜਾ ਹੈ। ਜਾਂ ਇਹਨੂੰ ਰੱਖ ਆਪਣੀ ਜ਼ਿੰਦਗੀ ਵਿੱਚ ਜਾਂ ਮੈਨੂੰ, ਫੈਸਲਾ ਤੇਰਾ। ਕਿਸ਼ੋਰ ਉਹਨੂੰ ਇੰਜ ਵੇਖ ਰਿਹਾ ਸੀ ਜਿਵੇਂ ਚਿੜੀ ਸੱਪ ਨੂੰ ਦੇਖਦੀ ਹੈ। ਠੀਕ ਹੈ ਤੇ ਫਿਰ ਸੁਣੋ, ਮੈਂ ਆਪਣੀ ਬੱਚੀ ਚੁਣਦੀ ਹਾਂ। ਕੁਸੁਮ ਨੇ ਬਿਨਾਂ ਝਿਜਕ ਆਪਣੇ ਫੈਸਲਾ ਸੁਣਾਇਆ। ਠੀਕ ਹੈ, ਇਸ ਦਾ ਖਮਿਆਜਾ ਤੂੰ ਜ਼ਰੂਰ ਭਰੇਂਗੀ। ਇਹ ਕਹਿੰਦਾ ਹੋਇਆ ਕਿਸ਼ੋਰ ਦੋਹਾਂ ਨੂੰ ਰਸਤੇ ਵਿੱਚ ਛੱਡ ਕੇ ਚਲਾ ਗਿਆ। ਉਹ ਦਿਨ ਗਿਆ। ਸਮੇਂ ਦੇ ਨਾਲ ਕੁਸੁਮ ਤੇ ਕਿਸ਼ੋਰ ਵਿੱਚ ਮਾਨਸਿਕ ਅਤੇ ਸਰੀਰਕ ਦੂਰੀਆਂ ਵੱਧਦੀਆਂ ਹੀ ਚਲੀਆਂ ਗਈਆਂ। ਇਹ ਕੌਣ ਹੈ? ਕੁਸਮ ਨੇ ਕਿਸ਼ੋਰ ਨਾਲ ਖੜੀ ਨਵ ਵਿਆਹੀ ਔਰਤ ਵੱਲ ਦੇਖ ਕੇ ਕਿਸ਼ੋਰ ਨੂੰ ਪੁੱਛਿਆ। ਮੇਰੀ ਘਰਵਾਲੀ, ਕਿਸ਼ੋਰ ਨੇ ਬੜੇ ਰੋਹਬ ਨਾਲ ਕਿਹਾ। ਘਰਵਾਲੀ? ਇਹ ਲਫ਼ਜ਼ ਨੇ ਜਿਵੇਂ ਉਸਦਾ ਗਲਾ ਕੁਝ ਪਲ ਲਈ ਨੱਪ ਲਿਆ। ਤੇ ਮੈਂ ਕੌਣ ਆ? ਕਿਸ਼ੋਰ ਦੀ ਗੱਲ ਸੁਣ ਕੇ ਕੁਸਮ ਦੇ ਤੇਜ਼ ਚੱਲਦੇ ਸਾਹ ਦੇ ਬੇਲਗਾਮ ਹੋਈ ਧੜਕਣ ਨੇ ਉਸਦੀ ਨਿੱਘਰਦੀ ਹਾਲਤ ਦੀ ਗਵਾਹੀ ਭਰੀ। ਪਤਾ ਨਹੀਂ, ਤੂੰ ਐਸ ਕੁੜੀ ਨੂੰ ਪੁੱਛ। ਕਿਸ਼ੋਰ ਨੇ ਰੋਸ਼ਨੀ ਵੱਲ ਇਸ਼ਾਰਾ ਕਰਦੇ ਹੋਏ ਜਿਵੇਂ ਕੁਸਮ ਨੂੰ ਉਹਦੇ ਬੋਲ ਯਾਦ ਕਰਵਾਏ। ਠੀਕ ਹੈ ਤੇ ਫਿਰ ਸੁਣੋ, ਮੈਂ ਆਪਣੀ ਬੱਚੀ ਚੁਣਦੀ ਹਾਂ। ਕੁਸਮ ਦੇ ਬੁੱਲ ਖੁਸ਼ਕ ਹੋ ਗਏ, ਗਲਾ ਸੁੱਕ ਗਿਆ ਤੇ ਕਿਸ਼ੋਰ ਦੇ ਬੋਲ ਉਸਦੇ ਕਾਲਜੇ ਨੂੰ ਛੁਰੀ ਵਾਂਗ ਚੀਰ ਗਏ। ਆਪਣੇ ਆਪ ਨੂੰ ਸੰਭਾਲਦੀ ਹੋਈ ਉਸਨੇ ਕਿਸ਼ੋਰ ਨੂੰ ਕਿਹਾ, ਓ ਤੇ ਇਹ ਮੇਰਾ ਖਮਿਆਜਾ ਹੈ। ਹੁਣ ਮੇਰੀ ਸੌਕਣ ਲਿਆ ਕੇ ਬਿਠਾਏਂਗਾ ਘਰੇ? ਉਸਦੇ ਬੋਲਾਂ ਵਿੱਚ ਸਤਿਕਾਰ ਦੀ ਝਲਕ ਖਤਮ ਹੋ ਗਈ। ਕੌਣ ਸੌਕਣ? ਇਹ ਮੇਰੀ ਇੱਕੋ ਇੱਕ ਪਤਨੀ ਹੈ। ਤੇਰਾ ਮੇਰਾ ਰਿਸ਼ਤਾ ਉਸ ਦਿਨ ਹੀ ਖਤਮ ਹੋ ਗਿਆ ਸੀ ਜਿਸ ਦਿਨ ਤੂੰ ਇਸ ਬਲਾ ਨੂੰ ਚੁਣਿਆ ਸੀ। ਕੁਸਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਸੀ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨਾਲ ਹੋ ਕੀ ਰਿਹਾ ਸੀ। ਪਰ ਉਸਨੇ ਉਸ ਬੇਗੈਰਤ ਇਨਸਾਨ ਅੱਗੇ ਤਰਲੇ ਨਹੀਂ ਕੀਤੇ। ਉਹ ਕੋਠੜੀ ਅੰਦਰ ਗਈ, ਆਪਣੇ ਕੱਪੜਿਆਂ ਦੀ ਪੰਡ ਬੰਨੀ ਤੇ ਰੋਸ਼ਨੀ ਨੂੰ ਕੁੱਛੜ ਚੱਕ ਕੇ ਤੁਰ ਪਈ। ਘਰੋਂ ਬਾਹਰ ਪੈਰ ਧਰਨ ਤੋਂ ਪਹਿਲਾਂ ਉਸਨੇ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ। ਉਸਦਾ ਦਿਲ ਅੱਜ ਥਾਂ-ਥਾਂ ਤੋਂ ਵੱਢ ਟੁੱਕ ਹੋਇਆ ਸੀ, ਪਰ ਉਸਨੇ ਸੀ ਤੱਕ ਨਾ ਕੀਤੀ। ਉਸਦੀ ਜ਼ਿੰਦਗੀ ਦੀ ਟੁੱਟ ਭੱਜ ਉਦੋਂ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਉਸਨੇ ਆਪਣੇ ਜਿਗਰ ਦੀ ਬੋਟੀ ਨੂੰ ਕੰਜਰੀ ਸੋਚ ਕੇ ਪੈਰ ਦੇ ਤਲੀ ਹੇਠ ਆ ਕੇ ਮਰਨ ਨਾ ਦਿੱਤਾ। ਉਸਦੀ ਜ਼ਿੰਦਗੀ ਦਾ ਸ਼ੀਸ਼ਾ ਠਾਹ ਕਰਕੇ ਉਸ ਵੇਲੇ ਡਿੱਗਾ ਤੇ ਚੂਰ-ਚੂਰ ਹੋ ਕੇ ਖਿੱਲਰ ਗਿਆ। ਉਸ ਦਿਨ ਤੋਂ ਰੋਜ਼ ਕਿਰਚਾਂ ਦੀ ਢੇਰੀ ਉਸਦੇ ਚੁਭਣ ਲੱਗੀ ਤੇ ਹੌਲੀ-ਹੌਲੀ ਕਰਕੇ ਅੰਦਰ ਨੂੰ ਧੱਸ ਗਈ। ਉਸਨੇ ਰੱਜ ਕੇ ਅੰਦਰੋਂ ਅੰਦਰੀ ਆਪਣੀ ਅੱਖ ਤੇ ਅੱਥਰੂ ਪੀ ਲਏ, ਪਰ ਕਦੇ ਹਾਰ ਨਾ ਮੰਨੀ। ਉਹ ਆਪਣੇ ਘਰੋਂ ਲੁੱਟੀ ਪੁੱਟੀ ਵੇਲੇ ਦੀ ਮਰੀ ਆਪਣੇ ਪਿੰਡ ਆ ਵੜੀ। ਕੁਸੁਮ ਦਾ ਪਿਤਾ ਮੰਦਰ ਦਾ ਪੁਜਾਰੀ ਸੀ। ਆਪਣੀ ਕੁੜੀ ਨੂੰ ਇੰਜ ਆਉਂਦੇ ਵੇਖ ਉਸਦਾ ਮੱਥਾ ਟਣਕਿਆ। ਉਹ ਦੋਵੇਂ ਇੱਕ ਦੂਜੇ ਨੂੰ ਵੇਖ ਰਹੇ ਸਨ। ਦੋਵਾਂ ਦੀਆਂ ਅੱਖਾਂ ਵਿੱਚ ਬਥੇਰਾ ਕੁਝ ਸੀ। ਉਸਨੂੰ ਆਪਣੀ ਧੀ ਦੀ ਜ਼ਿੰਦਗੀ ਵਿੱਚ ਆਏ ਤੂਫਾਨ ਦਾ ਪਤਾ ਚੱਲਿਆ ਜਿਸਨੇ ਉਸਨੂੰ ਉਜਾੜ ਛੱਡਿਆ ਸੀ। ਬੜੀ ਹੈਰਾਨੀ ਨਾਲ ਉਹ ਇੱਕ ਦੂਜੇ ਕੋਲੋਂ ਅੱਖਾਂ ਦੀ ਜ਼ੁਬਾਨੀ ਪੁੱਛ ਰਹੇ ਸਨ। ਕਿਵੇਂ, ਕਿਉਂ, ਕਿਹਦੀ ਕਰਨੀ? ਸਮੇਂ ਦੀ ਚੁੱਪ ਦੇ ਅਰਥ ਬੇਹਿਸਾਬ ਹੁੰਦੇ ਨੇ ਤੇ ਵਕਤ ਆਉਂਦੇ ਤੇ ਉਹ ਲਫ਼ਜ਼ਾਂ ਵਿੱਚ ਆਪਣੇ ਆਪ ਨੂੰ ਪਰੋ ਕੇ ਇੱਕ ਕਹਾਣੀ ਲਿਖ ਜਾਂਦੇ ਹਨ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਉਸਦੀ ਆਵਾਜ਼ ਵਿੱਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਸੀ। ਜਦੋਂ ਉਹ ਗਾਉਂਦੀ ਹੁੰਦੀ ਤਾਂ ਮੰਦਰ ਕੋਲੋਂ ਲੰਘਣ ਵਾਲਿਆਂ ਦੇ ਪੈਰ ਰੁਕ ਜਾਂਦੇ ਤੇ ਚਿੜੀਆਂ ਦੇ ਝੁੰਡ ਬਨੇਰਿਆਂ ਤੇ ਉੱਤਰ ਆਉਂਦੇ ਸਨ। ਉਸਦੀ ਆਵਾਜ਼ ਵਿੱਚ ਜਿਵੇਂ ਫਰਿਸ਼ਤਿਆਂ ਦੇ ਖੰਭਾਂ ਦੀ ਫੜਫੜਾਹਟ ਸੁਣਾਈ ਦਿੰਦੀ ਸੀ। ਕੁਸਮ ਨੂੰ ਉਦੋਂ ਪਤਾ ਲੱਗਿਆ ਕਿ ਰੋਸ਼ਨੀ ਦੀ ਆਵਾਜ਼ ਵੀ ਉਹਦੇ ਵਾਂਗ ਖੂਬਸੂਰਤ ਹੈ। ਸਮੇਂ ਦੇ ਫੁਹਾਰਾਂ ਵਿੱਚ ਨਹਾ ਕੇ ਉਸਦੀ ਖੂਬਸੂਰਤ ਆਵਾਜ਼ ਨਿਖਰ ਰਹੀ ਸੀ। ਪੁਜਾਰੀ ਜੀ, ਤੁਹਾਡੀ ਨਾਤੀ ਦੇ ਗਲੇ ਵਿੱਚ ਸਰਸਵਤੀ ਦਾ ਨਿਵਾਸ ਹੈ। ਬੜੀ ਕਿਰਪਾ ਹੈ ਇਸ ਬੱਚੀ ਤੇ, ਪ੍ਰਸ਼ਾਦ ਲੈ ਰਹੇ ਸ਼ਰਮਾ ਜੀ ਨੇ ਕਿਹਾ।
ਰੋਸ਼ਨੀ ਬੱਚਿਆਂ ਨਾਲ ਬਾਹਰ ਖੇਡ ਰਹੀ ਸੀ। ਉਸ ਵਿੱਚ ਬਹੁਤ ਫੁਰਤੀ ਸੀ। ਉਸ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਅੱਖਾਂ ਤੋਂ ਮਹਿਰੂਮ ਹੈ। ਈਸ਼ਵਰ ਨੇ ਕਿੰਨੇ ਗੁਣ ਭਰੇ ਨੇ ਇਸ ਬੱਚੀ ਵਿੱਚ। ਇਸ ਨੂੰ ਸਕੂਲ ਭੇਜੋ, ਵਿਸ਼ੇਸ਼ ਲੋੜਾਂ ਵਾਲੇ ਸਕੂਲ ਵਿੱਚ ਦਾਖਲ ਕਰਵਾਓ। ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਤੁਹਾਡੇ ਨਾਲ ਚੱਲਦਾ ਹਾਂ। ਮੇਰੀ ਨੂੰਹ ਦਾ ਸਕੂਲ ਹੈ, ਉਹ ਖਾਸ ਖਿਆਲ ਰੱਖੇਗੀ ਇਸ ਦਾ। ਸ਼ਰਮਾ ਜੀ, ਬੜੀ ਮਿਹਰਬਾਨੀ ਹੈ। ਮੈਂ ਕੁਸਮ ਬਿਟੀਆਂ ਨਾਲ ਸਲਾਹ ਕਰਕੇ ਦੱਸਦਾ ਹੈ ਸਵੇਰੇ। ਕੁਸਮ ਦੀ ਜ਼ਿੰਦਗੀ ਵਿੱਚ ਗਮ ਹੁਣ ਕਿਧਰੇ ਗਵਾਚ ਗਏ ਸਨ। ਆਪਣੇ ਜ਼ਿੰਦਗੀ ਦੇ ਕਾਲੇ ਪੰਨਿਆਂ ਨੂੰ ਉਹਨੇ ਫਰੋਲਣਾ ਬੰਦ ਕਰ ਦਿੱਤਾ ਸੀ। ਉਹਨੇ ਕੋੜੇ ਅਥਰੂ ਘੁੱਟ ਭਰ ਕੇ ਪੀ ਲਏ ਸਨ ਤੇ ਹੁਣ ਉਸਨੂੰ ਸਿਰਫ ਰੋਸ਼ਨੀ ਦਿਖਾਈ ਦਿੰਦੀ ਸੀ। ਉਸਨੇ ਸਿਲਾਈ ਦਾ ਕੰਮ ਸ਼ੁਰੂ ਕੀਤਾ। ਆਪਣੇ ਬੁੱਢੇ ਬਾਪ ਤੋਂ ਬੋਝ ਬਣਨਾ ਮੁਨਾਸਿਬ ਨਾ ਸਮਝਿਆ। ਆਪਣੀ ਜਿਗਰ ਦੀ ਬੇਟੀ ਨੂੰ ਗੁਲਾਬ ਵਾਂਗ ਖਿੜਦਾ ਦੇਖ ਕੁਸਮ ਨੂੰ ਅਥਾਹ ਖੁਸ਼ੀ ਹੁੰਦੀ। ਰੂਪਵੰਤੀ, ਗੁਣਵੰਤੀ ਤੇ ਸੂਝਵਾਨ ਰੋਸ਼ਨੀ ਸਕੂਲ ਦੀਆਂ ਕਿਰਿਆਵਾਂ ਵਿੱਚ ਅਵਲ ਆਉਂਦੀ। ਹੁਣ ਰੋਸ਼ਨੀ ਭਾਵੇਂ ਆਪਣੇ ਇਲਾਕੇ ਦੀ ਹਰੇਕ ਗਲੀ ਬਾਜ਼ਾਰ ਵਿੱਚ ਫਿਰ ਆਉਂਦੀ ਤੇ ਉਸਦੀ ਚੇਤਨਾ ਸ਼ਕਤੀ ਇੰਨੀ ਪ੍ਰਬਲ ਹੋ ਗਈ ਸੀ ਕਿ ਮਜਾਲ ਹੈ ਉਹ ਕਿਸੇ ਗੱਡੀ ਸਕੂਟਰ ਦੇ ਹੇਠਾਂ ਆ ਜਾਵੇ। ਇੱਕ ਦਿਨ ਜਦੋਂ ਉਹ ਬਾਜ਼ਾਰ ਤੋਂ ਘਰ ਨੂੰ ਆਪਣੀ ਸਹੇਲੀ ਨਾਲ ਅੱਪੜ ਰਹੀ ਸੀ ਤਾਂ ਕਿਸੇ ਰਾਹੀ ਦਾ ਧੱਕਾ ਲੱਗਾ। ਦੇਖ ਕੇ ਨਹੀਂ ਚੱਲ ਸਕਦੀ? ਅੰਨੀ ਹੈ ਜੀ, ਮੈਂ ਤਾਂ ਅੰਨੀ ਆ। ਤੇ ਤੁਸੀਂ? ਅੰਨੀ ਨੂੰ ਦੇਖ ਕੇ ਉਹ ਅੱਗੋਂ ਨਹੀਂ ਸੀ ਹਟਿਆ ਤੇ ਸਗੋਂ ਵਾਧੂ ਦਾ ਰੋਹ ਪਾ ਰਿਹਾ ਸੀ। ਕਮਾਲ ਹੈ, ਮੈਂ ਸਮਝਦੀ ਹਾਂ ਕਿ ਅਸੀਂ ਦੋਵੇਂ ਹੀ ਅੰਨੇ ਹਾਂ। ਉਹ ਦਿਨ ਰੋਸ਼ਨੀ ਦੇ ਬੇਬਾਕ ਹੋਣ ਦਾ ਕੁਸਮ ਨੂੰ ਪਤਾ ਚੱਲਿਆ। ਪੁਜਾਰੀ ਜੀ ਦਾ ਚਿੱਤ ਅੱਜ ਬੜਾ ਹੀ ਖੁਸ਼ ਸੀ। ਰੋਸ਼ਨੀ ਦੀ ਚੋਣ ਕੌਮਾਂਤਰੀ ਪੱਧਰ ਤੇ ਵਿਸ਼ੇਸ਼ ਲੋੜਾਂ ਵਾਲੇ ਖੇਡਾਂ 'ਚ ਹੋ ਗਈ ਸੀ ਤੇ ਦੂਜੇ ਪਾਸੇ ਧਨਾੜ ਬਾਬੂ ਦੇਵੀਦਾਸ ਨੇ ਪੁਜਾਰੀ ਜੀ ਲਈ ਮੁਨੀਮ ਦੇ ਹੱਥ ਇੱਕ ਪ੍ਰਸਤਾਵ ਭੇਜਿਆ ਸੀ। ਦੇਵੀਦਾਸ ਦਾ ਵਿਆਹ 20 ਸਾਲ ਪਹਿਲਾਂ ਸਵਿਤਰੀ ਨਾਲ ਹੋਇਆ ਸੀ, ਪਰ ਔਲਾਦ ਜੰਮਦੇ ਹੀ ਉਹ ਦਮ ਤੋੜ ਗਈ। ਪਿਆਰ ਤੋਂ ਸੱਖਣਾ ਆਪਣੇ ਬਾਕੀ ਬਚੇ ਜੀਵਨ ਲਈ ਉਸਨੇ ਪਤਨੀ ਗ੍ਰਹਿਣ ਕਰਨ ਦਾ ਵਿਚਾਰ ਬਣਾ ਲਿਆ ਸੀ। ਇਹ ਗੱਲ ਬੜੀ ਹੀ ਚੰਗੀ ਹੋ ਗਈ ਸੀ ਜੀ। ਕਦ ਤੱਕ ਇਕੱਲੇ ਜ਼ਿੰਦਗੀ ਨਿਕਲੇਗੀ? ਬਾਬੂ ਜੀ ਨੂੰ ਸਾਥ ਮਿਲ ਜਾਵੇਗਾ ਤੇ ਰੋਸ਼ਨੀ ਨੂੰ ਪਿਤਾ। ਤੇਰਾ ਕੀ ਖਿਆਲ ਹੈ ਕੁਸਮ? ਪੁਜਾਰੀ ਜੀ ਨੇ ਚਾਹ ਦੀ ਚੁਸਕੀ ਭਰਦੇ ਹੋਏ ਕਿਹਾ। ਕੁਸਮ ਚੁੱਪ ਸੀ। ਉਸਨੇ ਆਪਣੀ ਜ਼ਿੰਦਗੀ ਦੇ ਕਾਲੇ ਦੌਰ ਨੂੰ ਜਿੰਦਰਾ ਲਾ ਛੱਡਿਆ ਸੀ, ਪਰ ਵਿਆਹ ਦੇ ਪ੍ਰਸਤਾਵ ਨੂੰ ਸੁਣ ਕੇ ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਫਿਰ ਦਸਤਕ ਦੇ ਰਿਹਾ ਹੋਵੇ। ਜਿਸ ਦਿਨ ਬਾਬੂ ਦੇਵੀ ਰਾਮ ਨੇ ਮੰਦਰ 'ਚ ਹਵਨ ਕਰਵਾਇਆ ਸੀ, ਉਸ ਦਿਨ ਉਹਨਾਂ ਨੇ ਤੈਨੂੰ ਦੇਖਿਆ ਸੀ। ਉਸ ਦਿਨ ਤੋਂ ਉਹ ਰੋਜ਼ ਮੰਦਰ ਆਉਂਦੇ ਸਨ ਅਤੇ ਇਸ ਆਵਾਜਾਈ ਤੋਂ ਮੈਂ ਸਮਝ ਲਿਆ ਸੀ ਕਿ ਉਹਨਾਂ ਦੇ ਮਨ ਵਿੱਚ ਵਿਆਹ ਕਰਨ ਦਾ ਚਾਅ ਜ਼ਰੂਰ ਹੈ। ਤੇ ਵੇਖ ਅੱਜ ਕਿੰਨਾ ਵਧੀਆ ਦਿਨ ਹੈ। ਆਪਣੀ ਰੋਸ਼ਨੀ ਕੌਮਾਂਤਰੀ ਪੱਧਰ ਦੀ ਦੌੜ ਲਈ ਚੁਣੀ ਗਈ ਹੈ ਤੇ ਤੈਨੂੰ ਕਿਸਮਤ ਨੇ ਮੋੜ ਤੋਂ ਸੁਹਾਗਵੰਤੀ ਹੋਣ ਲਈ ਚੁਣਿਆ ਹੈ। ਪਰ ਪਿਤਾ ਜੀ, ਦੇਖ ਪੁੱਤਰ, ਮੈਂ ਕਿਹੜਾ ਸਾਰੀ ਉਮਰ ਬੈਠੇ ਰਹਿਣਾ। ਤੈਨੂੰ ਸਾਥ ਤੇ ਰੋਸ਼ਨੀ ਨੂੰ ਪਿਤਾ ਮਿਲ ਜਾਵੇਗਾ। ਮੈਂ ਬੇਫਿਕਰਾ ਹੋ ਕੇ ਜਹਾਨੋਂ ਤੁਰ ਜਾਣਾ। ਨਾਲੇ ਵੱਡੇ ਆਦਮੀ ਬਚਨ ਕਰਕੇ ਮੁੱਕਰ ਨਹੀਂ ਸਕਦੇ। ਮੇਰੀ ਧੀ ਵਿੱਚ ਤਾਂ ਕੋਈ ਘਾਟ ਨਹੀਂ। ਅਜਿਹੀ ਅਸ਼ੀਲ ਧੀ ਭਾਗਾ ਵਾਲੇ ਦੇ ਘਰ ਹੋਵੇਗੀ। ਕੁਸਮ ਨੇ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ। ਅਸ਼ੀਲ ਗਊ ਤੇ ਉਸਦੀ ਵੱਛੀ ਨੂੰ ਤੋੜ ਦਿੱਤਾ ਗਿਆ। ਬਾਬੂ ਦੇਵੀਦਾਸ ਭਾਵੇਂ ਉਸ ਤੋਂ ਉਮਰ ਵਿੱਚ 10 ਸਾਲ ਵੱਡਾ ਸੀ, ਪਰ ਉਹ ਉਸਨੂੰ ਬੜਾ ਪਿਆਰ ਕਰਦਾ ਸੀ। ਕੋਈ ਕੰਮ ਅਜਿਹਾ ਨਹੀਂ ਸੀ ਹੁੰਦਾ ਜਿਹੜਾ ਉਸ ਦੀ ਸਲਾਹ ਤੋਂ ਬਿਨਾਂ ਹੋਵੇ। ਕੁਸਮ ਨੂੰ ਮਹਿਸੂਸ ਹੋਇਆ ਜਿਵੇਂ ਸੁੰਨੀ ਪਈ ਦਿਲ ਦੀ ਧਰਤੀ ਤੇ ਕਿਸੇ ਉਮੀਦ ਦੇ ਬੂਟੇ ਨੇ ਜੜ ਫੜ ਲਈ ਹੋਵੇ। ਪਰ ਪਰਖ ਦਾ ਸਮਾਂ ਕਿੱਥੇ ਮੁੱਕਦਾ ਹੈ। ਜ਼ਿੰਦਗੀ ਵੀ ਉਹਨਾਂ ਦੀ ਅਜ਼ਮਾਇਸ਼ ਕਰਦੀ ਹੈ ਜਿਨ੍ਹਾਂ ਦੇ ਹੌਸਲੇ ਬੁਲੰਦ ਹੋਣ ਤੇ ਸੰਘਰਸ਼ ਦੀਆਂ ਲੰਮੀਆਂ ਵਾਟਾਂ ਅੱਗੇ ਬੁਲੰਦ ਹੌਸਲੇ ਕਦੇ ਢੇਰ ਨਹੀਂ ਹੁੰਦੇ। ਉਸਦਾ ਨਾਮ ਸੁਣ ਕੇ ਪੂਰਾ ਆਡੀਟੋਰੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸੀ। ਵਕਤ ਦੇ ਚੱਕਰਵਿਊਹ ਵਿੱਚ ਉਲਝ ਕੇ ਬੁੱਢੀ ਹੋਈ ਉਸਦੀ ਮਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਹ ਤਾੜੀਆਂ ਉਹਨਾਂ ਸਭ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਨ੍ਹਾਂ ਨੇ ਉਸਦੀ ਧੀ ਨੂੰ ਇੰਨੇ ਵਰ੍ਹਿਆਂ ਤੋਂ ਇੱਲਾਂ ਵਾਂਗ ਨੋਚ-ਨੋਚ ਖਾਣ ਦੀ ਤਰਕੀਬ ਲਾਈ ਹੋਈ ਸੀ। ਉਸਦੇ ਜ਼ਿਹਨ ਵਿੱਚ ਉਹਨਾਂ ਦੇ ਕਹੇ ਬੋਲ ਕੰਨਾਂ ਵਿੱਚ ਗੂੰਜ ਰਹੇ ਸਨ, ਜਿਨ੍ਹਾਂ ਨੇ ਉਸਦੀਆਂ ਮਜਬੂਰੀਆਂ ਨੂੰ ਆਪਣੇ ਫਾਇਦੇ ਵਿੱਚ ਬਦਲਣ ਦੀ ਘਾੜਟ ਘੜੀ ਸੀ।
ਜਿਹਦੇ ਹੱਥੋਂ ਅੱਜ ਉਸਨੂੰ ਸਨਮਾਨ ਮਿਲ ਰਿਹਾ ਸੀ, ਉਸ ਤੋਂ ਰੋਸ਼ਨੀ ਦੇ ਚਿਹਰੇ ਤੇ ਨਜ਼ਰਾਂ ਨਹੀਂ ਟਿਕ ਰਹੀਆਂ ਸਨ। ਅੱਜ ਉਹ ਬੁਝਿਆ ਹੋਇਆ ਚੰਦ ਨਹੀਂ ਸੀ, ਉਹ ਤਾਂ ਹੁਣ ਚੜ੍ਹਦਾ ਸੂਰਜ ਸੀ, ਤੇ ਸੂਰਜ ਤੇ ਵੀ ਕਦੇ ਨਜ਼ਰਾਂ ਟਿਕ ਸਕਦੀਆਂ ਨੇ ਕਿਸੇ ਦੀਆਂ ਭਲਾ? ਉਹ ਅੱਜ ਉਸਨੂੰ ਇੱਕ ਸੁਨੇਹੇ ਦੇ ਰਹੀ ਸੀ, ਮੈਂ ਉਹੀ ਹਾਂ ਜਿਹਨੂੰ ਤੇਰੀਆਂ ਨਜ਼ਰਾਂ ਰੋਜ਼ ਬੇਆਬਰੂ ਕਰਦੀਆਂ ਸਨ। ਵੇਖ ਅੱਜ ਤੇਰੇ ਹੰਕਾਰ ਨੂੰ ਭਰੀ ਮਹਿਫਿਲ ਵਿੱਚ ਚੂਰ-ਚੂਰ ਕਰ ਰਹੀ ਹਾਂ। ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਦੇਵੀਦਾਸ ਜੀ ਨੂੰ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਸਾਡੇ ਇਲਾਕੇ ਦੀ ਧੀ ਮਿਸ ਰੋਸ਼ਨੀ ਨੂੰ ਮੰਚ 'ਤੇ ਆ ਕੇ ਸਨਮਾਨਿਤ ਕਰਨ। ਸਾਡੀ ਧੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼ ਵਿਦੇਸ਼ ਵਿੱਚ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਇਹਨਾਂ ਦੀ ਜ਼ਿੰਦਗੀ ਇੱਕ ਮਿਸਾਲ ਹੈ ਸਭ ਲਈ। ਕੁਝ ਕੁ ਕਲਾਕਾਰ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਤੋਰ ਭਾਵੇਂ ਕੱਛੂ ਗੁੰਮੇ ਵਾਂਗੂ ਹੌਲੀ ਜ਼ਰੂਰ ਹੁੰਦੀ ਹੈ, ਪਰੰਤੂ ਉਹ ਆਪਣੀ ਮੰਜ਼ਿਲ ਸਰ ਕਰ ਹੀ ਲੈਂਦੇ ਹਨ। ਅਜਿਹੀ ਇੱਕ ਸੁਰੀਲੀ ਤੇ ਮਿੱਠੀ ਆਵਾਜ਼ ਦੀ ਫਨਕਾਰ ਰੋਸ਼ਨੀ, ਜਿਸ ਦਾ ਸੁਭਾਅ ਵੀ ਉਸਦੀ ਗਾਇਕੀ ਵਾਂਗ ਮਿੱਠਾ ਹੈ, ਜਿਸ ਨੇ ਸੰਗੀਤ ਦੀ ਦੁਨੀਆ ਵਿੱਚ ਕਈ ਮੁਕਾਬਲੇ ਜਿੱਤ ਕੇ ਆਪਣਾ ਹੀ ਨਹੀਂ ਸਗੋਂ ਇਸ ਇਲਾਕੇ ਦਾ ਵੀ ਮਾਣ ਵਧਾਇਆ ਹੈ। ਉਹ ਵੀਲਚੇਅਰ 'ਤੇ ਬੈਠੀ ਉਸ ਰਾਤ ਬਾਰੇ ਸੋਚ ਰਹੀ ਸੀ ਜਿਸ ਨੇ ਉਸਦੀ ਤੇ ਕੁਸਮ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਕੁਸਮ ਨੂੰ ਦੇਵੀਦਾਸ ਘਰੇ ਆਏ ਹੁਣ 2 ਮਹੀਨੇ ਤੋਂ ਉੱਪਰ ਹੋ ਚੁੱਕੇ ਸਨ। ਦੋਹਾਂ ਵਿਚਕਾਰ ਆਪਸੀ ਸਮਝ ਬਹੁਤ ਸੀ, ਪਰ ਦੂਜੇ ਪਾਸੇ ਰੋਸ਼ਨੀ ਨੂੰ ਅੰਦਰੋਂ ਅੰਦਰ ਇੱਕ ਸੋਚ ਪਰੇਸ਼ਾਨ ਕਰ ਰਹੀ ਸੀ। ਆਪਣੀ ਮਾਂ ਦੀ ਖੁਸ਼ੀ ਨੂੰ ਉਹ ਉਸਦੇ ਸ਼ਬਦਾਂ ਵਿੱਚ, ਉਹਦੇ ਹਾਸੇ ਵਿੱਚ ਮਹਿਸੂਸ ਕਰ ਰਹੀ ਸੀ, ਪਰ ਉਸਦੀ ਖੁਸ਼ੀ ਦਿਨ ਬ ਦਿਨ ਮੁੱਕਦੀ ਜਾ ਰਹੀ ਸੀ। ਕਮਰੇ ਵਿੱਚ ਫਿੱਕਾ ਹਨੇਰਾ ਭਰਿਆ ਹੋਇਆ ਸੀ ਤੇ ਉਹ ਦੋਵਾਂ ਹਥੇਲੀਆਂ ਵਿਚਕਾਰ ਸਿਰ ਘੁੱਟੀ ਗੁੰਮਸੁੰਮ ਜਿਹੀ ਬੈਠੀ ਹੋਈ ਸੀ। ਚਾਰੇ ਪਾਸੇ ਫੈਲੇ ਹਨੇਰੇ ਨਾਲੋਂ ਵੱਧ ਗੂੜਾ ਹਨੇਰਾ ਉਸਦੇ ਸੁੰਨਸਾਨ ਦਿਲ ਵਿੱਚ ਪਸਰਿਆ ਹੋਇਆ ਸੀ। ਹੰਝੂਆਂ ਦੇ ਸੋਤੇ ਸੁੱਕ ਚੁੱਕੇ ਸਨ ਤੇ ਪਲਕਾਂ ਹੇਠ ਰੇਤ ਰੜਕ ਰਹੀ ਸੀ। ਆਪਣੇ ਪਲੰਘ ਉੱਤੇ ਬੈਠੀ ਉਹ ਉਸ ਇਨਸਾਨ ਦੇ ਰਵੱਈਏ ਵਿਰੁੱਧ ਆਪਣੀ ਮਾਂ ਨੂੰ ਸ਼ਿਕਾਇਤ ਕਰਨਾ ਚਾਹੁੰਦੀ ਸੀ, ਜਿਸ ਦੀ ਛੂਹ ਉਸਨੂੰ ਬਹੁਤ ਵਿਚਲਿਤ ਕਰ ਦਿੰਦੀ। ਉਸਦੀ ਸੋਚ ਨੇ ਉਸਨੂੰ ਆਪਣੇ ਹਨੇਰੇ ਜੱਫੇ ਵਿੱਚ ਜਕੜਿਆ ਹੋਇਆ ਸੀ ਕਿ ਅਚਾਨਕ ਉਸਨੂੰ ਉਹ ਛੂਹ ਦਾ ਫਿਰ ਤੋਂ ਅਹਿਸਾਸ ਹੋਇਆ। ਉਹਦੇ ਦਿਲ ਵਿੱਚ ਘ੍ਰਿਣਾ ਪਹਿਲੇ ਨਾਲੋਂ ਵੀ ਤੀਬਰ ਹੋ ਗਈ ਸੀ। ਰੋਸ਼ਨੀ, ਉਸਨੇ ਆਪਣੇ ਹੱਥ ਰੋਸ਼ਨੀ ਦੇ ਪੱਟ 'ਤੇ ਰੱਖਿਆ। ਰੋਸ਼ਨੀ ਨੇ ਉਹਦਾ ਹੱਥ ਗੁੱਸੇ ਵਿੱਚ ਪਰਾਂ ਕੀਤਾ। ਹਾਏ ਮਰ ਜਾਣੀ 'ਚ ਗੁੱਸਾ ਬਾਵਾ ਭਰਿਆ ਹੈ। ਮੈਂ ਉਸ ਦਿਨ ਹੀ ਸਮਝ ਗਿਆ ਸੀ ਜਿਸ ਦਿਨ ਤੂੰ ਮੈਨੂੰ ਪਲਟ ਕੇ ਜਵਾਬ ਦਿੱਤਾ ਸੀ। ਕਮਾਲ ਹੈ, ਮੈਂ ਸਮਝਦੀ ਹਾਂ ਕਿ ਅਸੀਂ ਦੋਵੇਂ ਹੀ ਅੰਨੇ ਹਾਂ। ਤੇਰਾ ਇਹ ਹੁਸਨ, ਆ ਤਿੱਖੇ ਤਿੱਖੇ ਨੈਣ ਨਕਸ਼, ਗੁਲਾਬ ਦੀ ਪਖੜੀਆਂ ਵਰਗੇ ਬੁੱਲ ਕਹਿਰ ਸਨ। ਮੈਂ ਉਸ ਦਿਨ ਹੀ ਤੇਰੇ ਮੋਹ ਵਿੱਚ ਅੰਨਾ ਹੋ ਗਿਆ ਸੀ। ਉਹ ਹੌਲੀ ਹੌਲੀ ਰੋਸ਼ਨੀ ਨੂੰ ਛੂਹ ਰਿਹਾ ਸੀ। ਮੈਂ ਤਾਂ ਤੇਰੀ ਆਵਾਜ਼ ਪਹਿਲੇ ਦਿਨ ਹੀ ਪਛਾਣ ਗਈ ਸੀ। ਪਰ ਤੂੰ ਇੰਨਾ ਗਿਰਿਆ ਹੋਇਆ ਇਨਸਾਨ ਹੋਵੇਂਗਾ, ਇਹ ਤਾਂ ਮੇਰੀ ਮਾਂ ਨੇ ਵੀ ਨਹੀਂ ਸੋਚਿਆ ਹੋਣਾ। ਦੇਵੀਦਾਸ, ਤੇ ਤੈਨੂੰ ਕੀ ਲੱਗਾ ਮੈਂ ਤੇਰੀ ਮਾਂ ਨਾਲ ਵਿਆਹ ਕਰਵਾਇਆ ਹੈ? ਮੈਨੂੰ ਤਾਂ ਤੂੰ ਚਾਹੀਦੀ ਸੀ। ਤੇਰੀ ਮਾਂ ਤਾਂ ਜ਼ਰੀਆ ਸੀ ਤੈਨੂੰ ਹਾਸਲ ਕਰਨ ਲਈ। ਦੇਵੀਦਾਸ ਦੁਨੀਆ ਲਈ ਇੱਕ ਧਰਮੀ ਬੰਦਾ ਸੀ, ਜਿਸਨੇ ਇੱਕ ਗਰੀਬੜੀ ਨਾਲ ਵਿਆਹ ਕਰਵਾ ਕੇ ਸਮਾਜ ਵਿੱਚ ਆਪਣੀ ਦਿੱਖ ਨੂੰ ਹੋਰ ਵੀ ਸੰਗਮਰਮਰੀ ਬਣਾ ਲਿਆ ਸੀ। ਪਰ ਰਾਤ ਦੇ ਹਨੇਰੇ ਵਿੱਚ ਉਸਦਾ ਸ਼ੈਤਾਨੀ ਰੂਪ ਕਿਸੇ ਨੇ ਨਹੀਂ ਦੇਖਿਆ ਸੀ, ਸਿਵਾਏ ਰੋਸ਼ਨੀ ਦੇ। ਕੁਸਮ ਦੀ ਅਚਾਨਕ ਅੱਖ ਖੁੱਲ੍ਹੀ। ਆਪਣੇ ਬਿਸਤਰੇ 'ਤੇ ਪਤੀ ਦੀ ਗੈਰ ਮੌਜੂਦਗੀ ਦੇਖ ਕੇ ਉਹ ਉੱਠ ਖੜੀ ਹੋਈ। ਉਸਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸੇ ਦੀ ਚੀਕ ਨੂੰ ਹੱਥਾਂ ਨਾਲ ਕਿਸੇ ਨੇ ਦੱਬ ਦਿੱਤਾ ਹੋਵੇ। ਮਾਂ! ਰੋਸ਼ਨੀ ਦੀ ਚੀਕ ਨੇ ਕੁਸਮ ਨੂੰ ਡਰਾ ਦਿੱਤਾ। ਆਪਣੀ ਕਲਯੁਗੀ ਪਤੀ ਨੂੰ ਆਪਣੀ ਬੇਟੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖ ਇੱਕ ਵਾਰ ਫਿਰ ਕੁਸਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਕੁਰਸੀ ਚੁੱਕੀ ਤੇ ਦੇਵੀਦਾਸ 'ਤੇ ਮਾਰੀ। ਦੇਵੀਦਾਸ ਦਰਦ ਨਾਲ ਕੁਰਲਾ ਉੱਠਿਆ। ਰੋਸ਼ਨੀ ਉਸਦੀ ਪਕੜ 'ਚੋਂ ਨਿਕਲ ਗਈ, ਪਰ ਉਸਨੇ ਕੁਸਮ ਨੂੰ ਵਾਲਾਂ ਤੋਂ ਫੜ ਲਿਆ। ਹਰਾਮਖੋਰ, ਇੰਨੀ ਤੇਰੀ ਮਜਾਲ! ਦੇਵੀਦਾਸ ਨੇ ਕੁਸਮ ਦੇ ਢਿੱਡ ਵਿੱਚ ਲੱਤ ਮਾਰੀ। ਦਰਦ ਨਾਲ ਤੜਫਦੀ ਕੁਸਮ ਨੇ ਦੇਵੀਦਾਸ ਦੀ ਲੱਤ ਫੜ ਲਈ ਤਾਂ ਕਿ ਉਹ ਰੋਸ਼ਨੀ ਵੱਲ ਨਾ ਜਾ ਸਕੇ। ਦੇਵੀਦਾਸ ਨੇ ਦਰਿੰਦਗੀ ਦੀ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕੁਸਮ ਦੇ ਸਿਰ 'ਤੇ ਕੁਰਸੀ ਵਗਾ ਮਾਰੀ। ਕੁਸਮ ਅੱਧ-ਮਰੀ ਜਿਹੀ ਜ਼ਮੀਨ 'ਤੇ ਢੇਰੀ ਹੋ ਗਈ। ਆਪਣੇ ਗੋਸ਼ਤ ਨੂੰ ਵੱਢ ਖਾਣ ਲਈ ਦੇਵੀਦਾਸ ਅੱਗੇ ਵਧਿਆ। ਅੱਜ ਤੋਂ 20 ਸਾਲ ਪਹਿਲਾਂ ਕੁਸਮ ਨੇ ਕੰਜਰੀ ਸੋਚ ਦੇ ਪੈਰ ਦੀ ਤਲੀ
ਹੇਠਾਂ ਆ ਕੇ ਆਪਣੀ ਬੱਚੀ ਨੂੰ ਮਰਨ ਨਹੀਂ ਦਿੱਤਾ ਸੀ ਤੇ ਅੱਜ ਉਹ ਕਿਵੇਂ ਆਪਣੀ ਰੋਸ਼ਨੀ ਨੂੰ ਇਸ ਗੰਦੀ ਸੋਚ ਹਵਾਲੇ ਕਰ ਦਿੰਦੀ। ਉਹ ਪੂਰੀ ਹਿੰਮਤ ਕਰਕੇ ਉੱਠੀ ਤੇ ਆਪਣੇ ਦੰਦਾਂ ਨਾਲ ਦੇਵੀਦਾਸ ਦੀ ਬਾਂਹ ਨੂੰ ਵੱਢ ਖਾਧਾ। ਦਰਦ ਵਿੱਚ ਤੜਫਦੇ ਦੇਵੀਦਾਸ ਨੇ ਰੋਸ਼ਨੀ ਨੂੰ ਛੱਡ ਦਿੱਤਾ ਤੇ ਕੁਸਮ ਉੱਤੇ ਉਸਦੇ ਬਾਂਹ ਤੇ ਮਾਸ ਦੇ ਲੋਥੜ ਨੂੰ ਇੱਕ ਸ਼ੇਰਨੀ ਵਾਂਗ ਦੰਦਾਂ ਵਿੱਚ ਫੜੀ ਖੜੀ ਸੀ। ਕੁੱਤੀਆਂ, ਕੀ ਦੱਸੇਂਗੀ ਲੋਕਾਂ ਨੂੰ ਕਿ ਤੇਰਾ ਆਦਮੀ ਤੇਰੀ ਧੀ ਤੇ ਗੰਦੀ ਨਜ਼ਰ ਰੱਖਦਾ ਸੀ? ਉਸਨੇ ਸ਼ੈਤਾਨੀ ਹਾਸਾ ਹੱਸਿਆ। ਕਿਸੇ ਨੇ ਨਹੀਂ ਤੈਨੂੰ ਸੁਣਨਾ। ਇਹ ਦੁਨੀਆ ਲਈ ਦੇਵੀਦਾਸ ਦੇਵਤਾ ਹੈ, ਦੇਵਤਾ। ਲੋਕ ਤੈਨੂੰ ਹੀ ਕਹਿਣਗੇ ਕਿ ਤੇਰੇ ਤੋਂ ਆਪਣਾ ਬੰਦਾ ਨਹੀਂ ਸਾਂਭ ਹੋਇਆ। ਪਹਿਲਾਂ ਖਸਮ ਵੀ ਛੱਡ ਆਈ ਤੇ ਦੂਜੇ ਦੇ ਵੀ ਨਾ ਟਿਕੀ। ਇਹੀ ਤਾਂ ਇਸ ਮਰਦ ਪ੍ਰਧਾਨ ਸਮਾਜ ਦੀ ਸੋਚ ਹੈ ਕਿ ਔਰਤ ਬਿਨਾਂ ਮਰਦ ਦੇ ਜ਼ਿੰਦਗੀ ਨਹੀਂ ਕੱਟ ਸਕਦੀ। ਤੇਰੇ ਵਰਗਾ ਮਰਦ ਔਰਤ ਨੂੰ ਲਾਚਾਰਤਾ ਦਿੰਦਾ ਹੈ। ਤੇਰੇ ਵਰਗਾ ਮਰਦ ਇਹ ਸੋਚਣ ਦੀ ਗਲਤੀ ਕਰ ਬੈਠਦਾ ਹੈ ਕਿ ਔਰਤ ਦੀ ਸਮਝ ਮਰਦ ਬਗੈਰ ਅਧੂਰੀ ਹੈ। ਉਹ ਆਪਣੇ ਫੈਸਲੇ ਆਪ ਨਹੀਂ ਲੈ ਸਕਦੀ। ਹੰਕਾਰੀਆ, ਇੱਕ ਦਿਨ ਤੇਰਾ ਹੰਕਾਰ ਮੈਂ ਤੋੜਾਂਗੀ, ਤਦ ਤੱਕ ਜਿਉਂਦਾ ਰਹੀਂ। ਉਸ ਰਾਤ ਕੁਸਮ ਨੇ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਨੂੰ ਸਮੇਟਿਆ ਤੇ ਉੱਥੋਂ ਚਲੀ ਗਈ। ਕੌਮਾਂਤਰੀ ਖੇਡਾਂ ਵਿੱਚ ਹਿੱਸਾ ਲੈਣ ਗਈ ਰੋਸ਼ਨੀ ਨੇ ਸੋਨੇ ਦਾ ਤਗਮਾ ਜਿੱਤਿਆ। ਆਪਣੇ ਘਰ ਪਰਤ ਲਈ ਰੋਸ਼ਨੀ ਜਿਸ ਰੇਲ ਗੱਡੀ ਵਿੱਚ ਸਵਾਰ ਸੀ, ਉਹ ਪਟੜੀ ਤੋਂ ਉਤਰ ਗਈ। ਹਸਪਤਾਲ ਵਿੱਚ ਉਸਦੇ ਹੋਸ਼ ਵਿੱਚ ਆਉਣ ਦੀ ਉਡੀਕ ਕਰ ਰਹੀ ਕੁਸਮ ਦੀਆਂ ਅੱਖਾਂ 'ਚੋਂ ਹੰਝੂਆਂ ਦੀ ਬਰਸਾਤ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਜਿਨ੍ਹਾਂ ਹੰਝੂਆਂ ਨੂੰ ਉਹ ਕੋੜਾ ਘੁੱਟ ਕਰਕੇ ਪੀ ਗਈ ਸੀ, ਅੱਜ ਉਹਨਾਂ ਨੇ ਵੀ ਸਬਰ ਛੱਡ ਦਿੱਤਾ। ਜਦੋਂ ਉਸਨੂੰ ਹੋਸ਼ ਆਈ, ਉਸਨੇ ਸਵਾਲ ਕੀਤਾ, ਮਾਂ, ਮੈਨੂੰ ਆਪਣੇ ਸਰੀਰ ਦਾ ਹੇਠਲਾ ਹਿੱਸਾ ਮਹਿਸੂਸ ਕਿਉਂ ਨਹੀਂ ਹੋ ਰਿਹਾ? ਮਾਂ ਬੇਬਸ ਵਿੱਚ ਬੋਲੀ, ਰੋਸ਼ਨੀ, ਇਹ ਤੇਰੀ ਜ਼ਿੰਦਗੀ ਦੀ ਆਖਰੀ ਦੌੜ ਸੀ। ਅੱਖਾਂ 'ਚੋਂ ਜ਼ਾਰ-ਜ਼ਾਰ ਨੀਰ ਵਹਿ ਰਹੇ ਸਨ। ਜ਼ਿੰਦਗੀ ਉਹਨੂੰ ਐਸੀ ਸੱਟ ਮਾਰ ਗਈ ਸੀ ਕਿ ਰੋਸ਼ਨੀ ਕਦੇ ਮੁੜ ਕੇ ਆਪਣੇ ਪੈਰਾਂ 'ਤੇ ਖੜੀ ਨਾ ਹੋ ਸਕੀ। ਉਦਾਸੀ ਨੇ ਕੁਸਮ ਤੇ ਰੋਸ਼ਨੀ ਨੂੰ ਘੇਰ ਲਿਆ। ਰੱਬ ਵੀ ਕਿੰਨਾ ਨਿਰਦਈ ਹੈ। ਇੰਨੀ ਸੋਹਣੀ ਕੁੜੀ ਪਰ ਅਪਾਹਜ। ਤਾੜੀਆਂ ਦੀ ਗੜਗੜਾਹਟ ਵਿੱਚ ਉਸਨੂੰ ਸਟੇਜ 'ਤੇ ਬੈਠੇ ਪਤਵੰਤੇ ਸੱਜਣਾਂ ਦੇ ਤਰਸ ਭਰੇ ਬੋਲ ਸੁਣਾਈ ਦਿੱਤੇ। ਸ਼ੁਕਰੀਆ ਆਪ ਸਭ ਦਾ। ਜਿਸ ਮੁਕਾਮ 'ਤੇ ਅੱਜ ਮੈਂ ਪਹੁੰਚੀ ਹਾਂ, ਇਹ ਮੇਰੀ ਮਾਂ ਦਾ ਦੁਆ ਹੈ, ਜਿਸ ਨੇ ਮੈਨੂੰ ਹਾਰਨ ਨਹੀਂ ਦਿੱਤਾ। ਮੈਂ ਸੁਣਿਆ ਕਿ ਮੈਂ ਅਪਾਹਜ ਹਾਂ। ਉਸਦੇ ਚਿਹਰੇ 'ਤੇ ਮੁਸਕਾਨ ਪਸਰ ਗਈ। ਰੋਜ਼ ਸੁਣਦੀ ਹਾਂ ਕਿ ਮੈਂ ਅਪਾਹਜ ਹਾਂ, ਪਰ ਮੈਨੂੰ ਲੱਗਦਾ ਹੈ ਅਪਾਹਜ ਮੈਂ ਨਹੀਂ, ਮੈਨੂੰ ਅਪਾਹਜ ਕਹਿਣ ਵਾਲਿਆਂ ਦੀ ਸੋਚ ਅਪਾਹਜ ਹੈ। ਆਡੀਟੋਰੀਅਮ ਵਿੱਚ ਬੈਠੇ ਲੋਕ ਉਸਦੀ ਗੱਲ ਸੁਣ ਕੇ ਹੈਰਾਨ ਹੋ ਗਏ। ਇਹ ਮੇਰੇ ਮਨ ਦਾ ਨਜ਼ਰੀਆ ਹੈ। ਹਰ ਵਿਅਕਤੀ ਜ਼ਿੰਦਗੀ ਨੂੰ ਆਪੋ ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਅੱਜ ਮਨੁੱਖ ਗਿਆਨ ਦੇ ਸਾਗਰ ਵਿੱਚ ਡੁੱਬ ਕੇ ਵੀ ਹਨੇਰੇ ਵਿੱਚ ਹੀ ਗੋਤੇ ਖਾਈ ਜਾ ਰਿਹਾ ਹੈ। ਤੇ ਫੇਰ ਅੰਨਾ ਕੌਣ ਹੋਇਆ? ਮੈਂ ਤਾਂ ਜਮਾਂਦਰੂ ਅੰਨੀ ਹਾਂ। ਮੈਨੂੰ ਤਾਂ ਮੇਰਾ ਸੰਸਾਰ ਹੀ ਰੰਗਹੀਨ ਮਿਲਿਆ ਹੈ ਤੇ ਮੇਰਾ ਜੀਵਨ ਵੀ। ਪਰ ਇਸ ਵਿੱਚ ਵੀ ਸੁੱਖ ਹੈ। ਬਿਨਾਂ ਰੰਗ ਦੇ ਵੀ ਜੀਵਨ ਖੂਬਸੂਰਤ ਹੈ। ਮੈਨੂੰ ਪੁੱਛ ਕੇ ਦੇਖੋ ਮੇਰੀ ਦੁਨੀਆ ਬਾਰੇ। ਤੁਹਾਡਾ ਸੰਸਾਰ ਤੁਹਾਡੀਆਂ ਅੱਖਾਂ ਤੋਂ ਬਾਹਰ-ਵਾਰ ਹੈ, ਪਰ ਤੁਸੀਂ ਉਸ ਸੰਸਾਰ ਤੋਂ ਦੁਖੀ ਹੋ। ਮੇਰਾ ਸੰਸਾਰ ਮੇਰੇ ਨੇਤਰਾਂ ਦੀ ਡੱਬੀ ਵਿੱਚ ਬੰਦ ਹੈ। ਮੈਂ ਉਸਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਮੈਂ ਖੁਸ਼ ਹਾਂ। ਤੁਸੀਂ ਤਾਂ ਸੋਹਣੇ ਰੂਪ ਨੂੰ ਦੇਖ ਕੇ ਖੁਸ਼ ਹੁੰਦੇ ਹੋ, ਪਰ ਮੈਂ ਤਾਂ ਕੰਨਾਂ ਦੁਆਰਾ ਸ਼ਬਦ ਦੀ ਧੁਨੀ ਨੂੰ ਹੀ ਸੁਣ ਕੇ ਆਪਣੇ ਮਨ ਨੂੰ ਧੀਰਜ ਦਿੰਦੀ ਹਾਂ। ਮੇਰੇ ਮਨ ਦੀਆਂ ਅੱਖਾਂ ਪ੍ਰਬਲ ਹਨ, ਪਰ ਇੱਥੇ ਅੱਖਾਂ ਵਾਲਿਆਂ ਦੇ ਵੀ ਮਨ ਉਹ ਨਹੀਂ ਦੇਖ ਸਕਦੇ ਜੋ ਮੇਰੀਆਂ ਮਨ ਦੀਆਂ ਅੱਖਾਂ ਦੇਖ ਸਕਦੀਆਂ ਨੇ। ਇਨਸਾਨੀਅਤ। ਫਿਰ ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਅੰਨਾ ਕੌਣ ਹੈ? ਕੋਈ ਸਮਝਦਾ ਹੈ ਕਿ ਜ਼ਿੰਦਗੀ ਇੱਕ ਖੇਡ ਹੈ, ਕਿਸੇ ਦੀ ਨਜ਼ਰ ਵਿੱਚ ਇੱਕ ਯਾਤਰਾ ਹੈ ਅਤੇ ਕੋਈ ਇਸ ਨੂੰ ਪਰਮਾਤਮਾ ਵੱਲੋਂ ਮਿਲਿਆ ਤੋਹਫਾ ਮੰਨਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਤਾਂ ਜਜ਼ਬਾਤਾਂ ਦੀ ਇੱਕ ਨਿਰਵਿਘਨ ਯਾਤਰਾ ਹੈ। ਗਮ, ਖੁਸ਼ੀ, ਮੋਹ, ਲੋਭ, ਲਾਲਚ, ਖੁਦਗਰਜ਼ੀ, ਨਫ਼ਰਤ ਅਤੇ ਪਿਆਰ ਆਦਿ। ਮੇਰਾ ਮੰਨਣਾ ਹੈ ਕਿ ਜਿਸ ਨਜ਼ਰੀਏ ਨਾਲ ਅਸੀਂ ਜੀਵਨ ਨੂੰ ਦੇਖਦੇ ਹਾਂ, ਉਸੇ ਤਰ੍ਹਾਂ ਹੀ ਇਹ ਮਹਿਸੂਸ ਹੋਣ ਲੱਗਦੀ ਹੈ ਤੇ ਮੈਂ ਆਪਣੇ ਆਪ ਨੂੰ ਕਦੇ ਅਪਾਹਜ ਨਹੀਂ ਮਹਿਸੂਸ ਕੀਤਾ। ਇੱਕ ਹਾਦਸੇ ਵਿੱਚ ਲੱਤਾਂ ਗਵਾ ਲਈਆਂ। ਨਿਰਾਸ਼ ਹੋਈ। ਉਦਾਸੀ ਨੇ ਘੇਰ ਲਿਆ, ਪਰ ਫਿਰ ਸੋਚਿਆ, ਜੋ ਹੈ ਹੀ ਨਹੀਂ ਉਸ ਲਈ ਕਿਉਂ ਰੋਣਾ? ਜੋ ਹੈ ਉਸਦੀ ਖੁਸ਼ੀ ਕਿਉਂ ਨਾ ਮਨਾਵਾਂ? ਅੱਖਾਂ ਹੈ ਨਹੀਂ, ਲੱਤਾਂ ਮੇਰੇ ਕਾਬਿਲ ਨਾ ਰਹੀਆਂ, ਪਰ ਆਵਾਜ਼ ਤਾਂ ਹੈ। ਹੱਥ ਤਾਂ ਸਲਾਮਤ ਨੇ, ਮੈਨੂੰ ਸੁਣਾਈ ਤਾਂ ਦਿੰਦਾ ਹੈ। ਫਿਰ ਦੁੱਖ ਕਾਹਦਾ ਮਨਾਂ? ਕੀ ਹੋਇਆ ਜੇ ਮੈਂ ਜ਼ਿੰਦਗੀ ਵਿੱਚ ਦੌੜ ਨਹੀਂ ਸਕਦੀ? ਕੀ ਹੋਇਆ ਜੇ ਜ਼ਿੰਦਗੀ ਦੀ ਦੌੜ ਲਗਾਉਣ ਦੇ ਕਾਬਿਲ ਨਹੀਂ ਰਹੀ?
ਪਰ ਆਵਾਜ਼ ਤਾਂ ਹੈ, ਜ਼ਿੰਦਗੀ ਨੂੰ ਸੁਣਾ ਤਾਂ ਸਕਦੀ ਹਾਂ, ਉਹ ਮੈਂ ਆਪਣੀ ਜ਼ਿੰਦਗੀ ਵਿੱਚ ਗਾ ਤਾਂ ਸਕਦੀ ਹਾਂ। ਰੋ ਰੋ ਕੇ ਜਿਉਣ ਨਾਲ ਜ਼ਿੰਦਗੀ ਦੁਖਦਾਈ ਪਲਾਂ ਦੀ ਇੱਕ ਲੰਮੀ ਮਾਲਾ ਲੱਗਣ ਲੱਗਦੀ ਹੈ, ਪਰ ਹੱਸ ਕੇ ਜਿਉਣ ਨਾਲ ਇਹੋ ਕਦੇ ਪੂਰੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਜ਼ਿੰਦਗੀ ਸਾਡੇ ਅਨੁਸਾਰ ਹੀ ਚੱਲੇ ਇਹ ਕਦੇ ਨਹੀਂ ਹੋ ਸਕਦਾ, ਪਰ ਕੁਝ ਹੱਦ ਤੱਕ ਜ਼ਿੰਦਗੀ ਨੂੰ ਮੰਨਣਾ ਸਾਡੇ ਤੇ ਹੀ ਨਿਰਭਰ ਕਰਦਾ ਹੈ। ਆਪਣੇ ਆਪ ਤੋਂ ਜਾਣੂ ਹੋਣਾ ਪੈਂਦਾ ਹੈ। ਇਹਨਾਂ ਅੱਖਾਂ ਨਾਲ ਤੁਸੀਂ ਬਾਹਰੋਂ ਖੁਸ਼ੀਆਂ ਲੱਭਦੇ ਹੋ, ਪਰ ਫਿਰ ਵੀ ਦੁਖੀ ਹੋ। ਮੇਰੇ ਵਰਗਾ ਆਪਣੀਆਂ ਮਨ ਦੀਆਂ ਅੱਖਾਂ ਨਾਲ ਆਪਣੇ ਅੰਦਰ ਤੋਂ ਵਾਕਫ ਹੋ ਗਿਆ ਹੁੰਦਾ ਹੈ ਤੇ ਜ਼ਿੰਦਗੀ ਦਾ ਅਸਲ ਆਨੰਦ ਮਾਣ ਰਿਹਾ ਹੁੰਦਾ ਹੈ। ਜ਼ਿੰਦਗੀ ਵਿੱਚ ਬੁਰੇ ਹਾਲਾਤ ਨੂੰ ਪਾਰ ਕਰਨ ਤੋਂ ਬਿਨਾਂ ਕੋਈ ਮਨੁੱਖ ਜ਼ਿੰਦਗੀ ਦੀਆਂ ਉਚਾਈਆਂ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਬਾਰੇ ਜ਼ਿਆਦਾ ਨਾ ਸੋਚੋ, ਬਲਕਿ ਇਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ। ਬੇਫਿਕਰ ਹੋ ਜਾਓ ਦੋਸਤੋ। ਬੇਫਿਕਰੀ ਹੀ ਜ਼ਿੰਦਗੀ ਦਾ ਖੂਬਸੂਰਤ ਗਹਿਣਾ ਹੈ। ਇਹ ਕਦੇ ਨਾ ਸੋਚੋ ਕਿ ਪਰਮਾਤਮਾ ਨੇ ਗਮ ਸਾਡੀ ਹੀ ਝੋਲੀ ਵਿੱਚ ਪਾਏ ਹਨ, ਬਲਕਿ ਇਹ ਵੀ ਯਾਦ ਰੱਖੋ ਕਿ ਪਰਮਾਤਮਾ ਦੀਆਂ ਮਿਹਰਬਾਨੀਆਂ ਵੀ ਸਾਡੇ ਤੇ ਬਹੁਤ ਹਨ। ਜੇ ਮੈਂ ਆਪਣੀ ਅੱਖਾਂ ਦਾ ਰੋਣਾ ਰੋਂਦੀ ਰਹਿੰਦੀ ਤਾਂ ਕਦੇ ਦੌੜ ਨਾ ਲਗਾਉਂਦੀ। ਜੇ ਮੈਂ ਆਪਣੀਆਂ ਲੱਤਾਂ ਦਾ ਰੋਣਾ ਰੋਂਦੀ ਰਹਿੰਦੀ ਤਾਂ ਕਦੇ ਗਾਉਣ ਬਾਰੇ ਨਾ ਸੋਚਦੀ। ਤੇ ਦੋਸਤੋ, ਇਹ ਮੁਮਕਿਨ ਨਹੀਂ ਸੀ ਕਿ ਜ਼ਿੰਦਗੀ ਹਰ ਵਕਤ ਸਾਡੇ ਤੇ ਮਿਹਰਬਾਨ ਹੀ ਰਹੇ। ਜ਼ਿੰਦਗੀ ਦਾ ਆਨੰਦ ਲੈਣ ਲਈ ਸ਼ਕਤੀ ਚਾਹੀਦੀ ਹੈ, ਤੇ ਇਹ ਸ਼ਕਤੀ ਕਿੱਥੋਂ ਆਉਂਦੀ ਹੈ? ਇੱਥੋਂ। ਆਪਣੇ ਸਿਰ ਤੇ ਦਿਲ ਤੇ ਹੱਥ ਰੱਖ ਕੇ ਵੇਖੋ। ਇਨਸਾਨ ਅਪਾਹਜ ਉਦੋਂ ਨਹੀਂ ਹੁੰਦਾ ਜਦੋਂ ਉਹਦੇ ਅੰਗ ਜਾਂ ਇੰਦਰੀਆਂ ਕੰਮ ਨਹੀਂ ਕਰਦੀਆਂ। ਇਨਸਾਨ ਅਪਾਹਜ ਉਦੋਂ ਹੁੰਦਾ ਹੈ ਜਦੋਂ ਉਸਦਾ ਮਨ ਤੇ ਉਹਦੀ ਸੋਚ ਅਪਾਹਜ ਹੋ ਜਾਂਦੀ ਹੈ, ਤੇ ਜਦੋਂ ਉਸਦੀ ਅਵਸਥਾ ਆਉਂਦੀ ਹੈ ਨਾ ਉਹ ਸਹਿਣ ਸ਼ਕਤੀ ਰਹਿੰਦੀ ਹੈ ਤੇ ਨਾ ਹੀ ਸਮਝ ਸਕਤੀ। ਜਿਸ ਵਿਅਕਤੀ ਕੋਲ ਇਹ ਦੋਵੇਂ ਸ਼ਕਤੀਆਂ ਭਰਪੂਰ ਹਨ, ਉਸ ਨੂੰ ਜ਼ਿੰਦਗੀ ਮਾਣਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਉਹ ਕਦੇ ਅਪਾਹਜ ਨਹੀਂ ਹੋ ਸਕਦਾ। ਕਹਿੰਦੇ ਹਨ, ਜ਼ਿੰਦਗੀ ਜਿੰਦਾ ਦਿਲੀ ਦਾ ਨਾਂ ਹੈ। ਜ਼ਿੰਦਗੀ ਕੱਟਣੀ ਨਹੀਂ, ਸਗੋਂ ਮੰਨਣੀ ਚਾਹੀਦੀ ਹੈ। ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਾ ਦਿਓ। ਇਹਨਾਂ ਦੀ ਪੂਰਤੀ ਲਈ ਇਕਾਗਰਤਾ ਨਾਲ ਯਤਨ ਕਰਦੇ ਰਹੋ, ਨਹੀਂ ਤਾਂ ਜ਼ਿੰਦਗੀ ਵਿੱਚ ਪਛਤਾਵੇ ਦੀਆਂ ਸੂਲਾਂ ਚੁਭਦੀਆਂ ਰਹਿਣਗੀਆਂ। ਇਹ ਤੈਅ ਕਰਨ ਵਿੱਚ ਕਦੇ ਵਕਤ ਨਾ ਲਗਾਓ ਕਿ ਤੁਸੀਂ ਕੀ ਕਰਨਾ ਹੈ, ਨਹੀਂ ਤਾਂ ਵਕਤ ਤੈਅ ਕਰ ਲੈਂਦਾ ਹੈ ਕਿ ਉਸਨੇ ਕੀ ਕਰਨਾ ਹੈ। ਕਿਸੇ ਕੋਲੋਂ ਬਦਲਾ ਲੈਣ 'ਚ ਹੀ ਆਪਣਾ ਸਮਾਂ ਨਾ ਗਵਾਓ। ਜਿਨ੍ਹਾਂ ਲੋਕਾਂ ਨੇ ਤੁਹਾਡਾ ਦਿਲ ਦੁਖਾਇਆ ਹੈ, ਉਹ ਆਪਣੇ ਕਰਮਾਂ ਨਾਲ ਹੀ ਇਸ ਦਾ ਜਵਾਬ ਪ੍ਰਾਪਤ ਕਰ ਲੈਣਗੇ। ਨੇਤਰ ਕੇਵਲ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਅਸੀਂ ਕਿੱਥੇ, ਕੀ ਅਤੇ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਇਹ ਸਾਡੇ ਮਨ ਦੀ ਭਾਵਨਾ ਤੇ ਨਿਰਭਰ ਕਰਦਾ ਹੈ। ਇਸ ਭਾਵਨਾ ਨੂੰ ਸਕਾਰਾਤਮਕ ਰੱਖੋ। ਜੇ ਮੈਂ ਆਪਣੇ ਭੂਤਕਾਲ ਦੇ ਵਿੱਚ ਹੀ ਗਵਾਚੀ ਰਹਿੰਦੀ ਤਾਂ ਮੇਰਾ ਵਰਤਮਾਨ ਤੇ ਭਵਿੱਖ ਮੇਰੇ ਹੱਥੋਂ ਨਿਕਲ ਜਾਣਾ ਸੀ। ਇਸ ਲਈ ਮੈਂ ਆਪਣੀ ਜ਼ਿੰਦਗੀ ਦੀ ਉਹ ਸੋਚ ਹੀ ਦਫਨ ਕਰ ਦਿੱਤੀ, ਜਿਸ ਵਿੱਚੋਂ ਪਿੱਛੇ ਛੁੱਟ ਗਏ ਰਸਤੇ ਤੇ ਬੁਰਾਈ ਕਰਕੇ ਲੋਕਾਂ ਦੀ ਯਾਦ ਮੁੜ ਆਉਂਦੀ ਸੀ। ਸ਼ਿਕਾਇਤ ਨਾ ਕਰੋ। ਜੀਵਨ ਵਿੱਚ ਜਿਸ ਵਿਅਕਤੀ ਕੋਲੋਂ ਸ਼ਿਕਾਇਤਾਂ ਸਭ ਤੋਂ ਘੱਟ ਹੋਣ, ਉਹ ਆਪਣੀ ਜ਼ਿੰਦਗੀ ਨੂੰ ਮਾਣ ਸਕਦਾ ਹੈ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ, शिकायत की आदत अब खो गई है, खामोशियों की आदत अब हो गई है। ना शिकवा रहा, ना शिकायत किसी से, ये जिंदगी बस खुशियों की हो गई है। ਦੋਸਤੋ, ਜੇ ਮੈਂ ਸਰੀਰਕ ਤੌਰ 'ਤੇ ਪੂਰਨ ਨਾ ਹੋ ਕੇ ਵੀ ਅੱਜ ਇਸ ਮੁਕਾਮ 'ਤੇ ਪਹੁੰਚੀ ਹਾਂ, ਤਾਂ ਮੈਨੂੰ ਇਹ ਦੱਸੋ, ਤੁਸੀਂ ਪੂਰਨ ਹੋ ਕੇ ਵੀ ਇਹ ਅਪਾਹਜ ਨੂੰ ਉਸਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕਰ ਰਹੇ ਹੋ, ਤੇ ਕਮੀ ਕਿੱਥੇ ਹੈ ਫਿਰ? ਮੇਰੇ ਵਿੱਚ ਜਾਂ ਤੁਹਾਡੇ ਵਿੱਚ? ਇਹ ਸੋਚ ਵਿੱਚ, ਸਾਡੀ ਸੋਚ ਵਿੱਚ, ਜਿਹਦੇ ਪਿੱਛੇ ਲੱਗ ਕੇ ਅਸੀਂ ਹਾਰ ਮੰਨ ਜਾਂਦੇ ਹਾਂ। ਹਾਜ਼ਰੀਨ, ਇਹ ਮੇਰੀ 3 ਅੱਖਰੀ ਜ਼ਿੰਦਗੀ ਦਾ ਨਿਚੋੜ ਹੈ ਕਿ ਇਸ 3 ਅੱਖਰੀ ਜ਼ਿੰਦਗੀ ਨੂੰ ਜਿਉਣ ਲਈ 3 ਅੱਖਰੀ ਸ਼ਬਦ ਬਹੁਤ ਜ਼ਰੂਰੀ ਹਨ। ਹਿੰਮਤ, ਹੌਸਲਾ, ਸਬਰ ਤੇ ਸੰਤੋਖ। ਜਿਹੜਾ ਕਰ ਗਿਆ ਉਹ ਤਰ ਗਿਆ। ਇਹਨਾਂ ਗੱਲਾਂ ਨਾਲ ਮੈਂ ਆਪ ਸਭ ਤੋਂ ਇਜਾਜ਼ਤ ਮੰਗਦੀ ਹਾਂ। ਸ਼ੁਕਰੀਆ।